सत श्री अकाल दोस्तों, स्वागत है तुहाडा जी एक बार तो फिर अपने यूट्यूब चैनल ते। तो अज अपना क्लास होने वाली है जी। अज तो अपनी क्लास है पंजाबी की क्लास। तो अज जो पंजाबी का अपना टॉपिक है जी, वो टॉपिक अपना धुनी। तो अज की वीडियो में अपना कि धुनी की होंगी आ, ये प्रकार किहड़े-किहड़े ने, तो कुछ एग्जाम्पल भी तुहानूं देवांगे। एग्जाम्पल के नाल नाल लास्ट ते तुहानूं जिहड़े धुनी टॉपिक जो क्वेश्चन पेपर च पूछे जाते हैं, वो क्वेश्चन बारे भी आप डिस्कस करांगे। तो चलो जी बिना टाइम वेस्ट किए जी आप अज की वीडियो शुरू करते हैं। तो जेकर कोई कैंडीडेट जी पंजाबी की PDF लेना चाहता, पंजाबी ग्रामर की PDF लेना चाहता कोई भी कैंडीडेट, तो वह लै सकता जी। उन्होंने 25 रुपये च PDF मिल जूगी। कॉन्टैक्ट नंबर लिख लो जी 749786 1811। इस नंबर पर कॉन्टैक्ट कर सकते हो तो PDF तुसीं लै सकते हो। 25 रुपये तुहानूं ये PDF है जी मिल जूगी। इस PDF से तुहानूं पंजाबी ग्रामर के सारे टॉपिक हो गए जी, अपना पंजाबी सभ्याचार हो गया, पंजाबी साहित्य हो गया जी, जिवें मुहावरे अखाण, इस तरह के सारे टॉपिक जिहड़े इस PDF से कवर किए गए हैं। तो चलो जी बिना टाइम वेस्ट किए आप अज का वीडियो शुरू करते हैं। तो देखते हैं धुनी किसनूं कहते हैं, तो धुनी के प्रकार किहड़े ने, तो पेपर जिहड़े धुनी नाल रिलेटेड क्वेश्चन आ वो किस तरह के पूछे जाएंगे। तो देखो जी सब तो पहले आप गल करते हैं कि जी धुनी आ, जो धुनियां ने पंजाबी वो किहनूं कहते हैं। तो देखो तुसीं पढ़ सकते बोलण समय मनुख के मूँह विचों जिहड़ियां आवाज़ां निकलदियां हन। तो आप जो बोलते हैं जी, जिवें मैं बोल रहा जां तुसीं किसी नाल गल करते हो, तो मूँह चों अपने जिहड़ी आवाज़ निकलदी आ ਉਹਨੂੰ व्याकरण ਵਿੱਚ ਧੁਨੀਆਂ ਕਿਹਾ ਜਾਂਦਾ ਹੈ। ਆਪਾਂ ਕੁਝ ਵੀ ਬੋਲ ਸਕਦੇ ਆਪਣੇ ਮੂੰਹੋਂ। ਤੁਸੀਂ ਕਿਸੇ ਨੂੰ ਕੁਝ ਸਮਝਾਉਣਾ ਤਾਂ ਉਹਨੂੰ ਬੋਲ ਕੇ ਜੋ ਸਮਝਾਉਣੇ ਹੋ, ਜਿਹੜੀ ਬੋਲਣ ਦੀ ਪ੍ਰਕਿਰਿਆ ਜੀ ਆਪਣੀ, ਤਾਂ ਉਸ ਨੂੰ ਬੋਲਣ ਨੂੰ ਹੀ ਪੰਜਾਬੀ ਵਿਆਕਰਨ 'ਚ ਜੀ, ਜਿਹੜਾ ਵਿਆਕਰਨ ਹੈ ਪੰਜਾਬੀ ਦੀ ਵਿਆਕਰਨ 'ਚ ਉਸ ਨੂੰ ਕੀ ਕਿਹਾ ਜਾਂਦਾ ਜੀ, ਧੁਨੀ ਕਿਹਾ ਜਾਂਦਾ। ਬੋਲਣ ਦੀ ਪ੍ਰਕਿਰਿਆ ਨੂੰ ਵਿਆਕਰਨ ਵਿੱਚ ਧੁਨੀ ਕਿਹਾ ਜਾਂਦਾ ਹੈ। ਤਾਂ ਅੱਗੇ ਜੀ ਆਪਣਾ ਵੱਖ-ਵੱਖ ਧੁਨੀਆਂ, ਇੱਥੇ ਟਾਈਪਿੰਗ ਥੋੜੀ ਗਲਤ ਹੋ ਗਈ, ਧੁਨੀਆਂ गलत लिखा गया। ਵੱਖ-ਵੱਖ ਧੁਨੀਆਂ ਦੇ ਮੇਲ ਨਾਲ ਭਾਸ਼ਾ ਬਣਦੀ ਹੈ। ਤਾਂ ਜਿਵੇਂ ਹੁਣ ਮੈਂ देखो ਪਹਿਲਾਂ ਬੋਲਿਆ ਵੱਖ, ਫਿਰ ਵੱਖ ਬੋਲਿਆ, ਫਿਰ ਧੁਨੀਆਂ ਬੋਲਿਆ, ਫਿਰ ਦੇ, ਫਿਰ ਮੇਲ ਬੋਲਿਆ, ਫਿਰ ਨਾਲ ਬੋਲਿਆ, ਭਾਸ਼ਾ ਬਣਦੀ ਹੈ। ਤਾਂ ਇਹ ਅਲੱਗ-ਅਲੱਗ ਸਾਰੇ ਜਿਹੜੇ ਵਰਡ ਨੇ ਜੀ, ਇਹਨਾਂ ਨੂੰ ਮਿਲਾ ਕੇ ਕੀ ਬਣਦੀ ਹੈ, ਭਾਸ਼ਾ ਬਣਦੀ ਹੈ। ਵੱਖ-ਵੱਖ ਧੁਨੀਆਂ, ਜਿਵੇਂ ਤੁਸੀਂ ਕਿਸੇ ਬੰਦੇ ਨਾਲ ਬੋਲ ਰਹੇ ਹੋ, ਉਸ ਨਾਲ ਕਿਸ ਤਰ੍ਹਾਂ ਬੋਲ ਰਹੇ ਹੋ, ਕੀ ਕੁਝ ਬੋਲ ਰਹੇ ਹੋ, ਜੋ ਵੀ ਤੁਸੀਂ ਬੋਲ ਰਹੇ ਹੋ, ਜਿਹੜੇ ਤੁਸੀਂ ਸ਼ਬਦ ਬੋਲ ਰਹੇ ਹੋ, ਉਹਨਾਂ ਨੂੰ ਜੋੜ ਕੇ ਜਿਹੜੇ ਸ਼ਬਦ ਬੋਲ ਰਹੇ ਹੋ ਉਹ ਇੱਕ ਧੁਨੀ ਆ। ਜਿਹੜੀਆਂ ਧੁਨੀਆਂ ਨੂੰ ਜੋੜ ਕੇ ਹੀ ਜਿਹੜੀ ਚੀਜ਼ ਬਣਦੀ ਆ, ਉਹਨੂੰ ਕੀ ਕਿਹਾ ਜਾਂਦਾ ਜੀ, ਵਿਆਕਰਨ ਵਿੱਚ ਧੁਨੀਆਂ ਕਿਹਾ ਜਾਂਦਾ, ਜਾਂ ਵਿਆਕਰਨ ਵਿੱਚ ਸੌਰੀ ਭਾਸ਼ਾ ਕਿਹਾ ਜਾਂਦਾ। ਜਿਹੜੀਆਂ ਧੁਨੀਆਂ ਨੂੰ ਜੋੜਿਆ ਜਾਂਦਾ ਉਹਨੂੰ ਕੀ ਕਿਹਾ ਜਾਂਦਾ ਜੀ, ਭਾਸ਼ਾ ਕਿਹਾ ਜਾਂਦਾ। ਨੈਕਸਟ ਗੱਲ ਕਰਦੇ ਹਾਂ ਜੀ, ਕਿਹੜੀਆਂ ਆਪਣੇ ਪੰਜਾਬੀ 'ਚ ਧੁਨੀਆਂ ਨੇ, ਉਹਦੇ ਪ੍ਰਕਾਰ ਕਿੰਨੇ ਨੇ। ਤਾਂ ਧੁਨੀਆਂ ਦੇ ਜੀ ਜਿਹੜੇ ਪੰਜਾਬੀ ਧੁਨੀਆਂ ਨੇ ਉਹਦੇ ਦੋ ਪ੍ਰਕਾਰ ਨੇ ਜੀ, ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ। ਤਾਂ ਆਪਾਂ ਗੱਲ ਕਰ ਲੈਂਦੇ ਸਭ ਤੋਂ ਪਹਿਲਾਂ ਜੀ ਕਿ ਜਿਹੜੀਆਂ ਸਵਰ ਧੁਨੀਆਂ ਨੇ ਉਹ ਕਿਹਨੂੰ ਕਹਿੰਦੇ ਨੇ। ਤਾਂ ਸਵਰ ਧੁਨੀਆਂ ਉਹ ਧੁਨੀਆਂ ਨੇ ਜੀ, ਮਤਲਬ ਉਹ ਆਵਾਜ਼ਾਂ ਨੇ ਜਿਹਨੂੰ ਆਪਾਂ ਬਿਨਾਂ ਕਿਸੇ ਰੁਕਾਵਟ ਤੋਂ ਬੋਲ ਸਕਦੇ ਹਾਂ। ਤਾਂ ਤੁਸੀਂ ਦੇਖਿਆ ਹੋਊਗਾ ਕਿ ਆਪਾਂ ਜਦੋਂ ਕੁਝ ਬੋਲਦੇ ਹਾਂ, ਜਾਂ ਤਾਂ ਆਪਣੇ ਜਿਹੜੇ ਬੁੱਲ ਹੁੰਦੇ ਜੀ ਉਹ ਆਪਸ ਟੱਚ ਕਰਦੇ ਆ, ਜਾਂ ਆਪਣੀ ਜੀਭ ਉੱਪਰ ਤਾਲੂ ਨਾਲ ਟੱਚ ਕਰਦੀ ਆ। ਤਾਂ ਇਹ ਸਵਰ ਧੁਨੀਆਂ ਕਿਹੜੀਆਂ ਹੁੰਦੀਆਂ ਜੀ, ਜਿਹਦੇ ਵਿੱਚ ਕੋਈ ਚੀਜ਼ ਕਿਸੇ ਚੀਜ਼ ਨੂੰ ਮਤਲਬ ਮੂੰਹ ਦੇ ਵਿੱਚ ਟੱਚ ਨਾ ਕਰੇ, ਬਿਲਕੁਲ ਆਸਾਨ ਤਰੀਕੇ ਨਾਲ ਬੋਲੀਆਂ ਜਾਣ। ਤਾਂ ਆਪਾਂ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਇਸ ਨੂੰ ਬੋਲ ਸਕਦੇ ਊ, ਊੜਾ ਜੀ, ਇਹ ਕੀ ਆਪਣੀ ਈੜੀ। ਤਾਂ ਦੇਖੋ ਜੀ ਈੜੀ ਬੋਲ ਕੇ ਦੇਖੋ, ਤਾਂ ਇਹ ਇਸ ਨੂੰ ਬੋਲਣ ਸਮੇਂ ਕਿਸੇ ਪ੍ਰਕਾਰ ਦੀ ਮੂੰਹ 'ਚ ਜਿਹੜੀ ਰੁਕਾਵਟ ਪੈਦਾ ਨਹੀਂ ਹੁੰਦੀ। ਤਾਂ ਇਹ ਕਿਹੜੀਆਂ ਧੁਨੀਆਂ ਜੀ, ਇਹ ਨੇ ਸਵਰ ਧੁਨੀਆਂ, ਮਤਲਬ ਜਿਨ੍ਹਾਂ ਨੂੰ ਬੋਲਣ ਸਮੇਂ ਮੂੰਹ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਪੈਦਾ ਨਾ ਹੋਵੇ, ਉਹਨੂੰ ਸਵਰ ਧੁਨੀਆਂ ਕਿਹਾ ਜਾਂਦਾ ਹੈ। ਹੁਣ ਦੇਖੋ ਜੀ ਵਿਅੰਜਨ ਧੁਨੀਆਂ, ਵਿਅੰਜਨ ਧੁਨੀਆਂ ਕਿਹਨੂੰ ਕਿਹਾ ਜਾਂਦਾ। ਤਾਂ ਵਿਅੰਜਨ ਧੁਨੀਆਂ ਉਹ ਧੁਨੀਆਂ ਹੁੰਦੀਆਂ ਨੇ ਜੀ, ਜਾਂ ਜਿਹੜੇ ਜਦੋਂ ਆਪਾਂ ਕੋਈ ਵੀ ਸ਼ਬਦ ਬੋਲਦੇ ਹਾਂ ਜਾਂ ਕੁਛ ਵੀ ਬੋਲਦੇ ਹਾਂ, ਤਾਂ ਉਸ 'ਚ ਆਪਾਂ ਨੂੰ ਸਵਰ ਜਿਹੜੀਆਂ ਧੁਨੀਆਂ ਨੇ ਉਹਨਾਂ ਦਾ ਸਹਾਰਾ ਲੈਣਾ ਪੈਂਦਾ। ਵਿਅੰਜਨ ਧੁਨੀਆਂ ਇਕੱਲੀਆਂ ਨਹੀਂ ਬੋਲੀਆਂ ਜਾ ਸਕਦੀਆਂ। ਵਿਅੰਜਨ ਧੁਨੀਆਂ ਨੂੰ ਬੋਲਣ ਲਈ ਸਵਰ ਧੁਨੀਆਂ ਦੀ ਸਹਾਇਤਾ ਲੈਣੀ ਪੈਂਦੀ ਹੈ ਜੀ, ਜਾਂ ਮਦਦ ਲੈਣੀ ਪੈਂਦੀ ਆ। ਤਾਂ ਆਪਾਂ ਕਹਿ ਸਕਦੇ ਜੀ ਕਿ ਵਿਅੰਜਨ ਧੁਨੀਆਂ ਉਹ ਧੁਨੀਆਂ ਹੁੰਦੀਆਂ ਹਨ ਜੋ ਸਵਰ ਧੁਨੀਆਂ ਦੇ ਮੇਲ ਨਾਲ ਬੋਲੀਆਂ ਜਾਂਦੀਆਂ ਹਨ। ਤਾਂ ਉਮੀਦ ਕਰਦਾ ਕਿ ਤੁਹਾਨੂੰ ਜਿਹੜੇ ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ ਦੋਨੇ ਸਮਝ ਆ ਗਈਆਂ ਹੋਣਗੀਆਂ। ਹੁਣ ਗੱਲ ਕਰਦੇ ਹਾਂ ਜੀ ਆਪਾਂ ਨੈਕਸਟ। ਤਾਂ ਦੋ ਪ੍ਰਕਾਰ ਦੀਆਂ ਧੁਨੀਆਂ ਤੁਹਾਨੂੰ ਦੱਸੀਆਂ ਜੀ, ਸਵਰ ਧੁਨੀਆਂ ਹੋ ਗਈਆਂ ਜੀ, ਵਿਅੰਜਨ ਧੁਨੀਆਂ ਹੋ ਗਈਆਂ। ਤਾਂ ਜਿਹੜੀ ਸਵਰ ਧੁਨੀਆਂ ਜੀ ਦੇ ਦੋ ਪ੍ਰਕਾਰ ਅੱਗੇ ਨੇ ਜੀ, ਸਵਰ ਧੁਨੀਆਂ ਦੇ ਦੋ ਪ੍ਰਕਾਰ ਨੇ ਅੱਗੇ, ਲਘੂ ਸਵਰ ਨੇ ਜੀ ਅਤੇ ਦੀਰਘ ਸਵਰ ਨੇ। ਵਿਅੰਜਨ ਧੁਨੀਆਂ ਨੂੰ ਸਿਰਫ ਵਿਅੰਜਨ ਧੁਨੀਆਂ ਨਾਲ ਹੀ ਜਿਹੜਾ ਲਿਖਿਆ ਜਾਂਦਾ, ਅਤੇ ਜਿਹੜੀ ਸਵਰ ਧੁਨੀਆਂ ਨੇ ਇਹਨੂੰ ਅੱਗੇ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ। ਆਪਣਾ ਇੱਕ ਲਘੂ ਸਵਰ ਹੋ ਗਿਆ ਜੀ, ਇੱਕ ਦੀਰਘ ਸਵਰ ਹੋ ਗਿਆ। ਇਹ ਪੇਪਰ 'ਚ ਪੁੱਛਿਆ ਜਾ ਸਕਦਾ ਜੀ ਕਿ ਜਿਹੜੀ ਆਪਣੀਆਂ ਧੁਨੀਆਂ ਨੇ, ਧੁਨੀਆਂ ਦੇ ਜਿਹੜੇ ਪ੍ਰਕਾਰ ਨੇ ਉਸ 'ਚ ਸਵਰ ਧੁਨੀਆਂ ਦੇ ਕਿੰਨੇ ਪ੍ਰਕਾਰ ਨੇ। ਜਾਂ ਸਿੱਧਾ ਪੁੱਛਿਆ ਸਕਦਾ ਸੀ ਕਿ ਜਿਹੜਾ ਲਘੂ ਸਵਰ ਆ, ਕੁਐਸਚਨ 'ਚ ਪੁੱਛਿਆ ਜਾ ਸਕਦਾ ਜੀ ਤੁਹਾਨੂੰ, ਜਿਹੜਾ ਆਪਣਾ ਲਘੂ ਸਵਰ ਆ ਉਹ ਕਿਹੜੀ ਧੁਨੀ ਦਾ ਪ੍ਰਕਾਰ ਆ ਦਿੱਤਾ ਜਾਊਗਾ ਜੀ। ਜਾਂ ਪੁੱਛਿਆ ਜਾਊਗਾ ਕਿ ਦੀਰਘ ਸਵਰ ਕਿਸ ਦਾ ਇੱਕ ਹਿੱਸਾ ਹੈ, ਤਾਂ ਤੁਸੀਂ ਕੀ ਕਹੋਗੇ ਜੀ,
ਸਵਰ ਧੁਨੀ ਦਾ ਇੱਕ ਹਿੱਸਾ ਹੈ। ਤਾਂ ਦੇਖੋ ਜੀ ਗੱਲ ਕਰ ਲੈਂਦੇ ਆਪਾਂ ਜੀ ਕਿ ਜਿਹੜੇ ਲਘੂ ਸਵਰ ਨੇ ਤੇ ਦੀਰਘ ਸਵਰ ਨੇ ਕਿਹੜੇ ਕਿਹੜੇ ਹੁੰਦੇ ਨੇ। ਤਾਂ ਕੁਝ ਆਪਸ਼ਨ ਦਿੱਤੇ ਜਾ ਸਕਦੇ ਆ, ਉਸ 'ਚ ਪੁੱਛਿਆ ਜਾ ਸਕਦਾ ਕਿ ਇਹਨਾਂ 'ਚੋਂ ਲਘੂ ਸਵਰ ਕਿਹੜਾ ਨਹੀਂ ਹੈ। ਤਾਂ ਜਿਵੇਂ ਆਪਾਂ ਨੂੰ ਪਹਿਲਾਂ ਲਘੂ ਸਵਰ ਦੇਖ ਲਓ ਜੀ ਕਿਹੜੇ ਕਿਹੜੇ ਹੁੰਦੇ ਆਪਣੇ। ਆ ਜਿਹੜੇ ਆਪਣੇ 5 ਲਘੂ ਸਵਰ ਨੇ, ਆੜਾ, ਈੜੀ, ਊੜਾ, ਊ ਕਹਿੰਦੇ ਆਪਾਂ ਨੂੰ, ਇਹਨੂੰ ਈ ਕਹਿੰਦੇ ਨੇ ਜੀ ਆਪਾਂ। ਆ ਵੀ ਆਪਣਾ ਜਿਹੜਾ ਇਹ ਉੱਪਰੋਂ ਖੁੱਲ੍ਹਾ ਰਹਿੰਦਾ ਜੀ, ਆਪਣਾ ਊੜਾ ਆਪਣਾ ਇਹ ਉੱਪਰੋਂ ਖੁੱਲ੍ਹਾ ਰਹਿੰਦਾ, ਇਹ ਬੰਦ ਹੈ ਜੀ ਉੱਪਰੋਂ। ਤੇ ਉਸ ਤੋਂ ਬਾਅਦ ਦੇਖੋ ਜੀ ਦੀਰਘ ਸਵਰ ਕਿਹੜੇ ਨੇ ਜੀ। ਦੀਰਘ ਸਵਰ ਆਪਣੇ ਇਹ ਟੋਟਲ ਨੇ, ਇਹ ਵੀ 5 ਨੇ ਜੀ। ਤਾਂ ਜਿਹੜੇ ਆਪਣੇ ਸਵਰ ਧੁਨੀਆਂ ਨੇ ਜੀ, ਸਵਰ ਧੁਨੀਆਂ ਟੋਟਲ ਕਿੰਨੀਆਂ ਹੋ ਗਈਆਂ ਜੀ। ਟੋਟਲ ਜੇ ਪੁੱਛ ਲਏ ਤਾਂ ਟੋਟਲ ਆਪਣੀਆਂ 10 ਨੇ ਸਵਰ ਧੁਨੀਆਂ। 5 ਜੀ ਚੁੱਕੀ ਹੈ ਜੀ, ਟੋਟਲ ਆਪਣੀਆਂ ਕਿੰਨੀਆਂ ਹੋ ਗਈਆਂ ਜੀ 10 ਹੋ ਗਈਆਂ। ਤੇ ਜਿਹਦੇ ਵਿੱਚੋਂ 5 ਨੇ ਆਪਣੀਆਂ ਲਘੂ ਸਵਰ ਹੋ ਗਏ ਜੀ 5 ਆਪਣੇ, ਤੇ 5 ਨੇ ਆਪਣੇ ਦੀਰਘ ਸਵਰ। ਟੋਟਲ ਨੇ 10 ਸਵਰ ਧੁਨੀਆਂ। ਗੱਲ ਕਰ ਲੈਣੀ ਵਿਅੰਜਨ ਧੁਨੀਆਂ ਦੀ। ਕਿਹੜੀਆਂ ਵਿਅੰਜਨ ਧੁਨੀਆਂ ਨੇ ਪੰਜਾਬੀ 'ਚ, ਉਹ ਕਿਹੜੀਆਂ ਨੇ। ਤਾਂ ਤੁਸੀਂ ਦੇਖ ਸਕਦੇ ਜੀ ਆਪਣੇ ਵਿਅੰਜਨ ਧੁਨੀਆਂ। ਆਪਣਾ ਜਿਹੜਾ ਊੜਾ ਜਿਹੜਾ 35 ਹੈ ਜੀ, ਆਪਣੀ 35 ਲਿਖੀ ਹੁੰਦੀ ਹੈ, ਉਹ ਸਾਰੀਆਂ ਕੀ ਸੱਚ ਆਉਂਦੀਆਂ ਜੀ, ਵਿਅੰਜਨ ਧੁਨੀਆਂ 'ਚ ਆਉਂਦੀਆਂ ਨੇ। ਇਸ ਤੋਂ ਇਲਾਵਾ ਜੀ ਸਿਰਫ ਤੁਸੀਂ ਜਿਹੜੇ 35 ਨੇ ਕੈਂਡੀਡੇਟਸ ਜ਼ਿਆਦਾ ਕੀ ਕਰਦੇ ਜੀ, ਸਿਰਫ ਜਿਹੜੇ ਆ 35 ਨੇ ਜੀ ਇਹਨਾਂ ਨੂੰ ਹੀ ਸਵਰ ਧੁਨੀਆਂ ਵਿੱਚ ਕਾਊਂਟ ਕਰ ਲੈਂਦੇ ਨੇ। ਪਰ ਜਿਹੜੇ ਆਪਣੇ ਆਉਂਦੇ ਜੀ ਸੱਸੇ ਪੈਰ ਬਿੰਦੀ, ਸ਼ੈ ਬੋਲੋ ਜੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ, ਇਹ ਸਾਰੇ ਵੀ ਜਿਹੜੇ ਕੀ ਆ ਵਿਅੰਜਨ ਧੁਨੀਆਂ ਵਿੱਚ ਸ਼ਾਮਿਲ ਕੀਤੇ ਗਏ ਨੇ। ਤਾਂ ਤੁਹਾਨੂੰ ਕੁਐਸਚਨ 'ਚ ਪੁੱਛਿਆ ਜਾ ਸਕਦਾ ਜੀ ਕਿ ਮੰਨ ਲਓ 4 ਆਪਸ਼ਨ ਤੁਹਾਨੂੰ ਦੇ ਦੂਗਾ ਜੀ। ਜਿਵੇਂ ਚੈ ਚੱਚਾ ਦੇਤਾ ਜੀ, ਆਪਣਾ ਦੱਦਾ ਦੇਤਾ, ਸੱਸਾ ਦੇਤਾ ਜੀ, ਤੇ ਇੱਕ ਆਪਾਂ ਨੂੰ ਦੇ ਦੂਗਾ, ਕੋਈ ਦੇ ਦੂਗਾ ਉਹ ਸਵਰ ਦੇ ਦੂਗਾ ਜੀ। ਜਿਵੇਂ ਆਪਾਂ ਨੂੰ ਇਸ ਤਰ੍ਹਾਂ ਆੜਾ ਦੇਤਾ, ਤਾਂ ਇਸ 'ਚੋਂ ਪੁੱਛੂਗਾ ਜੀ ਕਿ ਇਹਨਾਂ 'ਚੋਂ ਵਿਅੰਜਨ ਧੁਨੀ ਕਿਹੜੀ ਨਹੀਂ ਹੈ। ਤਾਂ ਆਪਣਾ ਰਾਈਟ ਆਪਸ਼ਨ ਕੀ ਹੋ ਜੀ, ਆਹ ਵਾਲਾ ਆਪਣਾ ਰਾਈਟ ਆਪਸ਼ਨ ਹੋ ਜੀ, ਕਿਉਂਕਿ ਇਹ ਸਵਰ ਧੁਨੀ ਹੈ। ਤਾਂ ਆਪਾਂ ਸਵਰ ਧੁਨੀ ਤੇ ਵਿਅੰਜਨ ਧੁਨੀਆਂ ਬਾਰੇ ਚੰਗੀ ਤਰ੍ਹਾਂ ਪੜ੍ਹ ਲਿਆ ਜੀ। ਹੁਣ ਆਪਾਂ ਉਸੇ ਦੇ ਕੁਝ ਜਿਹੜੇ ਅੱਗੇ ਉਹਨਾਂ ਨੂੰ ਕੁਝ ਹਿੱਸਾ 'ਚ ਵੰਡਿਆ ਗਿਆ, ਕੁਝ ਪਾਰਟਸ 'ਚ ਵੰਡਿਆ ਗਿਆ ਜੀ। ਕੁਝ ਉਸ ਦੇ ਸੰਬੰਧ ਨਾਲ ਇੰਪੋਰਟੈਂਟ ਮਤਲਬ ਜਿਹੜੇ ਪੁਆਇੰਟ ਨੇ ਉਹ ਤੁਹਾਨੂੰ ਦੱਸਦੇ ਹੁਣ। ਤੇ ਉਸ ਤੋਂ ਬਾਅਦ ਆਪਣੇ ਨਾਸਿਕ ਸਵਰ। ਨਾਸਿਕ ਸਵਰ ਦੇਖੋ ਜੀ, ਇਹਦੇ ਨਾਮ ਤੋਂ ਹੀ ਕਲੀਅਰ ਹੋ ਰਿਹਾ ਨਾਸਿਕ ਸਵਰ ਮਤਲਬ ਜਿਹੜੇ ਸਵਰ ਇਹੋ ਜਿਹੇ ਸਵਰ ਜਿਨ੍ਹਾਂ ਨੂੰ ਬੋਲਦੇ ਸਮੇਂ ਆਪਣੇ ਨੱਕ 'ਚੋਂ ਆਵਾਜ਼ ਆਵੇ। ਤਾਂ ਤੁਸੀਂ ਥੱਲੇ ਦੇਖ ਸਕਦੇ ਹੋ ਜੀ ਪਰਿਭਾਸ਼ਾ ਵਿੱਚ ਜੀ, ਉਹ ਸਵਰ ਜਿਨ੍ਹਾਂ ਨੂੰ ਬੋਲਦੇ ਸਮੇਂ ਆਵਾਜ਼ ਨੱਕ ਵਿੱਚੋਂ ਆਵੇ ਉਹਨਾਂ ਨੂੰ ਨਾਸਿਕ ਸਵਰ ਕਿਹਾ ਜਾਂਦਾ ਹੈ। ਤਾਂ ਅਜਿਹੇ ਸਵਰ ਜੀ ਜਿਹੜੇ ਆਪਣੇ ਸਵਰ ਸੀ, ਤੁਹਾਨੂੰ ਦੱਸਿਆ ਸਵਰ ਕਿੰਨੇ ਸੀ ਆਪਣੇ 10। ਤਾਂ ਉਹਨਾਂ 10 ਸਵਰਾਂ 'ਚੋਂ ਜਿਹਨਾਂ ਨੂੰ ਆਪਾਂ ਕੁਝ ਅਜਿਹੇ ਸਵਰ ਨੇ ਜਿਨ੍ਹਾਂ ਨੂੰ ਬੋਲਦੇ ਸਮੇਂ ਆਪਣੇ ਨੱਕ 'ਚੋਂ ਆਵਾਜ਼ ਆਉਂਦੀ ਆ। ਤਾਂ ਜਿਹੜੇ ਸਵਰ ਬੋਲਦੇ ਆਪਾਂ ਤੇ ਨੱਕ 'ਚੋਂ ਆਵਾਜ਼ ਆਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ, ਨਾਸਿਕ ਸਵਰ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਕਿ ਨਾਸਿਕ ਵਿਅੰਜਨ ਕਿਹੜੇ ਹੁੰਦੇ ਹਨ। ਤਾਂ ਇਸ ਦਾ ਵੀ ਨਾਮ ਤੋਂ ਤੁਹਾਨੂੰ ਜਿਵੇਂ ਨਾਸਿਕ ਸਵਰ ਸੀ ਉਵੇਂ ਨਾਸਿਕ ਵਿਅੰਜਨ ਹੁੰਦੇ ਜੀ। ਨਾਸਿਕ ਵਿਅੰਜਨ ਦੇਖ ਲਓ। ਤਾਂ ਦੇਖੋ ਉਹ ਵਿਅੰਜਨ ਜਿਨ੍ਹਾਂ ਨੂੰ ਬੋਲਦੇ ਸਮੇਂ ਆਵਾਜ਼ ਨੱਕ ਵਿੱਚੋਂ ਆਵੇ ਉਹਨਾਂ ਨੂੰ ਨਾਸਿਕ ਵਿਅੰਜਨ ਕਿਹਾ ਜਾਂਦਾ ਹੈ। ਤਾਂ ਜਦੋਂ ਆਪਾਂ ਸਵਰ ਬੋਲਦੇ ਹਾਂ ਕੋਈ, ਤਾਂ ਜੇ ਸਵਰ ਬੋਲੀਏ ਆਪਾਂ ਤੇ ਨੱਕ 'ਚੋਂ ਆਵਾਜ਼ ਆਵੇ ਤਾਂ ਉਹ ਕਿਹੜੇ ਹੁੰਦੇ ਆਪਣੀ ਨਾਸਿਕ ਸਵਰ। ਤੇ ਜੇਕਰ ਆਪਾਂ ਕੋਈ ਵਿਅੰਜਨ ਬੋਲੀਏ ਤੇ ਨੱਕ 'ਚੋਂ ਆਵਾਜ਼ ਆਵੇ ਤਾਂ ਉਹ ਕਿਹੜੇ ਹੁੰਦੇ ਜੀ, ਨਾਸਿਕ ਵਿਅੰਜਨ। ਤਾਂ ਆਪਾਂ ਨਾਸਿਕ ਵਿਅੰਜਨ ਵੀ ਦੇਖ ਲੈਂਦੇ ਜੀ ਕਿਹੜੇ ਕਿਹੜੇ ਨੇ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਕਿ ਹਾ ਤੋਂ ਲੈ ਕੇ ਜੀ ਮੰਮੇ ਤੱਕ ਜਿਹੜਾ ਆਪਣਾ ਹਾ ਜੀ, ਇਸ ਨੂੰ ਕਾਊਂਟ ਨਹੀਂ ਕੀਤਾ ਜਾਂਦਾ ਜੀ। ਇੱਕ ਆਪਣਾ 2 3 4 ਤੇ 5 ਵਿਅੰਜਨ ਨਾਸਿਕ ਵਿਅੰਜਨ ਨੇ ਜੀ। ਇਹ 5 ਵਾਲੇ ਜੇਕਰ ਪੇਪਰ 'ਚ ਪੁੱਛਿਆ ਜਾ ਸਕਦਾ ਹੈ ਤੁਹਾਨੂੰ ਕਿ 4 ਆਪਸ਼ਨ ਦੇ ਦੂਗਾ ਜੀ, ਤੇ ਪੁੱਛ ਸਕਦਾ ਕਿ ਇਹਨਾਂ 'ਚੋਂ ਨਾਸਿਕ ਵਿਅੰਜਨ ਕਿਹੜਾ ਹੈ ਜਾਂ ਕਿਹੜਾ ਨਹੀਂ। ਉਹ ਕਿਸੇ ਵੀ ਤਰ੍ਹਾਂ ਕੁਐਸਚਨ ਤੁਹਾਨੂੰ ਉਲਝਾ ਕੇ ਪੁੱਛ ਸਕਦਾ। ਤਾਂ ਨਾਸਿਕ ਸਵਰ ਦਾ ਧਿਆਨ ਰੱਖਿਓ ਜੀ, ਆਪਣੇ ਨਾਸਿਕ ਸਵਰ 5 ਹੁੰਦੇ ਨੇ ਜੀ। ਤੇ ਇਹ 5 ਤੁਸੀਂ ਦੇਖ ਸਕਦੇ ਹੋ ਕਿਹੜੇ ਕਿਹੜੇ ਨੇ। ਕੁਐਸਚਨ ਕਿਤੋਂ ਜ਼ਿਆਦਾ ਮਤਲਬ ਕੈਂਡੀਡੇਟ ਸੋਚ ਜਾਂਦੇ ਕਿ ਕੁਐਸਚਨ ਜਿਹੜਾ ਬਹੁਤ ਟਫ ਪੁੱਛਿਆ ਜਾਊਗਾ ਜਾਂ ਬਾਹਰੋਂ ਪੁੱਛਿਆ ਜਾਊਗਾ। ਤਾਂ ਕੈਂਡੀਡੇਟਸ ਨੂੰ ਦੱਸਣਾ ਕਿ ਕੁਐਸਚਨ ਆ ਜਿਹੜਾ ਜੀ ਉਹ ਬਾਹਰੋਂ ਨਹੀਂ ਪੁੱਛਿਆ ਜਾਂਦਾ, ਹੁੰਦਾ ਤੁਹਾਡੇ ਸਿਲੇਬਸ 'ਚ ਹੀ ਆ, ਪਰ ਉਹਨੂੰ ਕਿਸ ਤਰ੍ਹਾਂ ਉਲਝਾ ਕੇ ਪੁੱਛਿਆ ਜਾ ਸਕਦਾ ਜੀ। ਤਾਂ ਜਿਵੇਂ ਦੇਖ ਲਓ ਜੀ ਕਿਵੇਂ ਉਹ ਪੁੱਛੂਗਾ ਕਿ ਨਾਸਿਕ ਵਿਅੰਜਨ ਕਿਹੜੇ ਹੁੰਦੇ ਨੇ। ਤਾਂ ਤੁਹਾਨੂੰ ਇਹਨਾਂ 'ਚ 3 ਆਪਸ਼ਨ ਦੇ ਦੂਗਾ ਜੀ ਤੇ ਇੱਕ ਆਪਸ਼ਨ ਅੱਡ ਦੇ ਦੂਗਾ। ਉਹ ਪੁੱਛੂਗਾ ਕਿ ਨਾਸਿਕ ਇਹਨਾਂ 'ਚੋਂ ਵਿਅੰਜਨ ਕਿਹੜਾ ਨਹੀਂ ਹੈ। ਤਾਂ ਆਪਾਂ ਬਸ ਉਸ ਕੁਐਸਚਨ ਪੜ੍ਹਨ ਵੇਲੇ ਗਲਤੀ ਕਰਦੇ ਨੇ ਜੀ। ਉਹ ਪੁੱਛ ਰਿਹਾ ਕਿ ਨਾਸਿਕ ਵਿਅੰਜਨ ਕਿਹੜਾ ਨਹੀਂ ਹੈ। ਤਾਂ ਇਹ ਧਿਆਨ ਰੱਖਣਾ ਜੀ, ਪਹਿਲਾਂ ਕੁਐਸਚਨ ਨੂੰ ਚੰਗੀ ਤਰ੍ਹਾਂ ਪੜ੍ਹਨਾ ਫਿਰ ਉਸ ਦਾ ਆਨਸਰ ਦੇਣਾ। ਤਾਂ ਹੁਣ ਆਪਾਂ ਗੱਲ ਕਰ ਲੈਂਦੇ ਜੀ ਜਿਹੜੇ ਆਪਾਂ ਅੱਜ ਟੌਪਿਕ ਕੀਤਾ ਉਸ ਦੇ ਸੰਬੰਧ ਨਾਲ ਕੁਝ ਇੰਪੋਰਟੈਂਟ ਕੁਐਸਚਨ ਨੇ ਜੀ। ਤਾਂ ਉਹਨਾਂ ਦੇ ਆਪਾਂ ਆਨਸਰ ਦੇਖ ਲੈਂਦੇ ਜੀ। ਤੇ ਤੁਸੀਂ ਦੇਖ ਲੈਂਦੇ ਆ ਕਿ ਤੁਹਾਨੂੰ ਕਿੰਨਾ ਕੁ ਜਿਹੜਾ ਅੱਜ ਦਾ ਜਿਹੜਾ ਟੌਪਿਕ ਆ ਉਹ ਸਮਝ ਕਿੰਨਾ ਆਇਆ ਤੇ ਕਿੰਨਾ ਨਹੀਂ ਆਇਆ। ਕੁਐਸਚਨਾਂ ਤੋਂ ਤੁਹਾਡੇ ਪਤਾ ਲੱਗ ਜੂ, ਤੁਸੀਂ ਜਿਹੜੇ ਆਨਸਰ ਦੇਵੋਗੇ ਉਸ ਤੋਂ ਪਤਾ ਲੱਗ ਜੂ ਕਿ ਤੁਹਾਡਾ ਜਿਹੜਾ ਟੌਪਿਕ ਆ ਉਹ ਕਲੀਅਰ ਹੋ ਗਿਆ ਜਾਂ ਨਹੀਂ ਹੋ ਗਿਆ। ਤਾਂ ਚਲੋ ਜੀ ਆਪਾਂ ਅੱਜ ਦੇ ਕੁਐਸਚਨ ਜਿਹੜੇ ਇੰਪੋਰਟੈਂਟ ਉਹ ਕਰ ਲੈਂਦੇ ਆ। ਤਾਂ ਦੇਖੋ ਜੀ ਪਹਿਲਾ ਕੁਐਸਚਨ ਦੇਖੋ ਜੀ, ਉਹ ਵਿਅੰਜਨ ਜਿਨ੍ਹਾਂ ਨੂੰ ਬੋਲਦੇ ਸਮੇਂ ਆਵਾਜ਼ ਨੱਕ ਵਿੱਚੋਂ ਆਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ। ਤਾਂ ਇਹਨਾਂ ਨੇ ਪੁੱਛਿਆ ਕਿ ਉਹ ਕਿਹੜੇ ਮਤਲਬ ਇਹਨਾਂ ਨੇ ਪੁੱਛਿਆ ਉਹ ਵਿਅੰਜਨ ਮਤਲਬ ਜਿਹੜੇ ਵਿਅੰਜਨਾਂ ਨੂੰ ਆਪਾਂ ਬੋਲਦੇ ਸਮੇਂ ਆਪਣੇ ਨੱਕ 'ਚੋਂ ਆਵਾਜ਼ ਆਵੇ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ। ਤਾਂ ਤੁਸੀਂ ਦੇਖ ਸਕਦੇ ਹੋ ਆਪਸ਼ਨ ਤੁਹਾਡੇ ਸਾਹਮਣੇ ਹੀ ਨਹੀਂ ਚਾਰੇ।
ਨਾਸਿਕ ਸਵਰ ਕਹਿੰਦੇ ਆ, ਨਾਸਿਕ ਵਿਅੰਜਨ ਕਹਿੰਦੇ ਆ। ਏ ਅਤੇ ਬੀ ਦੋਨੋਂ ਵਿਅੰਜਨ ਸਵਰ ਨਾਸਿਕ। ਤਾਂ ਇਹਨਾਂ 'ਚ ਤੁਹਾਨੂੰ ਪਤਾ ਹੀ ਕਿ ਇਹਨੇ ਕੁਐਸਚਨ 'ਚ ਦੇਖੋ ਜੀ ਕੀ ਪੁੱਛਿਆ, ਇਹਨੇ ਸਿਰਫ ਇਸ ਚੀਜ਼ ਦਾ ਧਿਆਨ ਰੱਖਣਾ ਜੀ ਕਿ ਵਿਅੰਜਨ ਪੁੱਛ ਰਿਹਾ ਇਹ, ਉਹ ਵਿਅੰਜਨ ਪੁੱਛਣਾ ਨੇ। ਤਾਂ ਵਿਅੰਜਨ ਪੁੱਛਿਆ ਤਾਂ ਜੀ ਆਪਣੇ ਵਿਅੰਜਨ ਹੀ ਹੋਣਗੇ। ਤਾਂ ਜਿਹੜੇ ਨੱਕ ਵਿੱਚੋਂ ਆਵਾਜ਼ ਆਵੇ ਜਿਹਨਾਂ ਵਿਅੰਜਨ ਨੂੰ ਬੋਲਦੇ ਸਮੇਂ, ਨੱਕ ਮਤਲਬ ਨਾਸਿਕ ਹੋ ਗਿਆ ਜੀ ਆਪਣਾ, ਨਾਸਿਕ ਬੋਲ ਦਿੰਦੇ ਆਪਾਂ। ਤੇ ਆਪਣੇ ਗੱਲ ਕਿਹਦੀ ਕਰ ਰਹੀ ਹੈ ਜੀ, ਗੱਲ ਹੋ ਰਹੀ ਹੈ ਵਿਅੰਜਨਾਂ ਦੀ। ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋ ਜੀ ਬੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੋ ਜੀ ਨਾਸਿਕ ਵਿਅੰਜਨ। ਕਿਉਂਕਿ ਜਿਹੜੇ ਵਿਅੰਜਨ ਆਪਾਂ ਬੋਲ ਰਹੇ ਹਾਂ ਉਹਨਾਂ ਦੀ ਆਵਾਜ਼ ਨੱਕ 'ਚੋਂ ਆ ਰਹੀ ਹੈ। ਤਾਂ ਜਿਹੜੇ ਵਿਅੰਜਨਾਂ ਨੂੰ ਬੋਲਦੇ ਸਮੇਂ ਨੱਕ 'ਚੋਂ ਆਵਾਜ਼ ਆਵੇ ਉਹ ਆਪਣੇ ਕਿਹੜੇ ਹੁੰਦੇ ਆ, ਨਾਸਿਕ ਵਿਅੰਜਨ ਹੁੰਦੇ ਆ। ਇਹਦਾ ਰਾਈਟ ਆਨਸਰ ਬੀ ਆਪਸ਼ਨ ਹੈ ਜੀ। ਨੈਕਸਟ ਕੁਐਸਚਨ ਦੇਖ ਲਓ ਜੀ, ਗੁਰਮੁਖੀ ਲਿਪੀ ਇੱਕ ਧੁਨੀ ਲਿਪੀ ਹੈ। ਤਾਂ ਇਹਨੇ ਪੁੱਛਿਆ ਜਿਹੜੀ ਗੁਰਮੁਖੀ ਲਿਪੀ ਹੈ ਜੀ ਉਹ ਇੱਕ ਜਿਹੜੀ ਧੁਨੀ ਲਿਪੀ ਆ ਇਹਨੇ ਪੁੱਛਿਆ। ਤਾਂ ਆਪਸ਼ਨ ਦੇਖ ਲਓ ਜੀ, ਤੁਸੀਂ ਇਹਦੇ ਨਾਲ ਸਹਿਮਤ ਹੋ ਜਾਂ ਅਸਹਿਮਤ ਹੋ ਜਾਂ ਸਹਿਮਤ ਨਾ ਅਸਹਿਮਤ, ਕੋਈ ਨਹੀਂ। ਤਾਂ ਦੱਸਣਾ ਜੀ ਗੁਰਮੁਖੀ ਲਿਪੀ ਜਿਹੜੀ ਇੱਕ ਧੁਨੀ ਲਿਪੀ ਹੈ। ਤਾਂ ਜਿਹੜਾ ਰਾਈਟ ਆਨਸਰ ਹੋ ਜੀ ਆਪਣਾ ਏ ਆਪਸ਼ਨ ਬਿਲਕੁਲ ਰਾਈਟ ਆਨਸਰ ਹੋ ਜੀ। ਹਾਂ, ਕਿਉਂਕਿ ਗੁਰਮੁਖੀ ਲਿਪੀ ਜਿਹੜੀ ਉਹ ਕੀ ਇੱਕ ਧੁਨੀ ਲਿਪੀ ਹੈ। ਧੁਨੀ ਲਿਪੀ ਕਿਹਾ ਜਾਂਦਾ ਜੀ ਇਹਨੂੰ, ਗੁਰਮੁਖੀ ਲਿਪੀ ਨੂੰ। ਨੈਕਸਟ ਕੁਐਸਚਨ ਦੇਖੋ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਵਿਅੰਜਨ ਨਹੀਂ ਹੈ। ਤਾਂ ਵਿਅੰਜਨ ਦੱਸਣਾ ਕਿਹੜਾ ਨਹੀਂ ਹੈ। ਤਾਂ ਤੁਸੀਂ ਇਸ ਸਵਰ ਤੇ ਵਿਅੰਜਨ ਤੁਹਾਨੂੰ ਜੇ ਪਹਿਚਾਣਾ ਤਾਂ ਤੁਸੀਂ ਇਸ ਕੁਐਸਚਨ ਨੂੰ ਆਰਾਮ ਨਾਲ ਸੋਲਵ ਕਰ ਲਓਗੇ। ਤੇ ਸੋਲਵ ਕਰਨ ਦੇ ਵਿੱਚ ਆਰਾਮ ਨਾਲ ਇਹਦਾ ਬਿਨਾਂ ਦੇਖੇ ਮਤਲਬ ਬਿਨਾਂ ਸੋਚੇ ਸਮਝੇ ਤੁਸੀਂ ਸਹੀ ਆਨਸਰ 'ਤੇ ਟਿਕ ਕਰ ਦੋਗੇ। ਪਰ ਸਿਰਫ ਪਹਿਲਾਂ ਤੁਹਾਨੂੰ ਦੱਸਾਂ ਮੈਂ ਕਿ ਕੁਐਸਚਨ ਨੂੰ ਚੰਗੀ ਤਰ੍ਹਾਂ ਪੜ੍ਹਨਾ ਜ਼ਰੂਰੀ ਹੈ। ਤਾਂ ਦੇਖੋ ਇਹ 'ਚ ਪੁੱਛਿਆ ਗਿਆ ਜੀ ਕਿ ਕਿਹੜਾ ਵਿਅੰਜਨ ਨਹੀਂ ਹੈ। ਤਾਂ ਨਹੀਂ 'ਤੇ ਧਿਆਨ ਰੱਖਣਾ ਜੀ, ਕੀ ਪੁੱਛਣਾ ਨਹੀਂ। ਤਾਂ ਹੁਣ ਆਪਾਂ ਇਹ ਗੱਲ ਕਰੀਏ ਜੀ ਆਪਣਾ ਜਿਹੜਾ ਆਪਣਾ ਇਹ ਆਪਸ਼ਨ ਹੈ ਤੈ, ਤਾਂ ਆਪਣਾ ਇਹ ਵੀ ਵਿਅੰਜਨ ਹੈ ਜੀ, ਭੱਬਾ ਵੀ ਆਪਣਾ ਵਿਅੰਜਨ ਹੈ ਜੀ, ਛੱਛਾ ਵੀ ਆਪਣਾ ਵਿਅੰਜਨ ਆ। ਤਾਂ ਇਹਨੂੰ ਪੁੱਛਿਆ ਕਿਹੜਾ ਨਹੀਂ ਹੈ। ਤਾਂ ਆਪਾਂ ਨਹੀਂ ਆਪਣਾ ਇੱਕ ਆਪਸ਼ਨ ਹੈਗਾ ਜੀ ਸੀ ਆਪਸ਼ਨ, ਜਿਹੜਾ ਇਹ ਆਪਣਾ ਇਹ ਕੀ ਹੈ ਵਿਅੰਜਨ ਨਹੀਂ ਹੈ। ਕੈਂਡੀਡੇਟਸ ਨੂੰ ਰਿਕੁਐਸਟ ਕਰੂੰਗਾ ਜੀ ਜੇਕਰ ਉਹਨਾਂ ਨੂੰ ਇਹ ਜਿਹੜੀ ਆਪਣੀ ਹੁਣ ਵੀਡੀਓ ਬਣਾਈ ਹੈ ਮੈਂ ਸਾਰੀ, ਜੇ ਇਸ ਦੀ PDF ਚਾਹੀਦੀ ਹੈ ਕੈਂਡੀਡੇਟਸ ਨੂੰ ਤਾਂ ਚੈਨਲ ਦੇ ਡਿਸਕ੍ਰਿਪਸ਼ਨ 'ਚ ਲਿੰਕ ਮਿਲ ਜੂਗਾ, ਟੈਲੀਗ੍ਰਾਮ ਲਿੰਕ ਚੈਨਲ ਦਾ। ਟੈਲੀਗ੍ਰਾਮ ਦਾ ਤੁਸੀਂ ਸਰਚ ਵੀ ਕਰ ਸਕਦੇ ਜਾ ਕੇ, ਐਵਰੀ ਟਾਈਮ ਸਟੱਡੀ ਆ, ਉਸ 'ਚ ਤੁਹਾਨੂੰ ਇਹ PDF ਮਿਲ ਜੂਗੀ। ਤਾਂ ਤੁਸੀਂ ਜਾ ਕੇ ਜੇ ਤੁਹਾਨੂੰ PDF ਚਾਹੀਦੀ ਹੈ ਇਸ ਦੀ, ਜਾਂ ਆਪਾਂ ਕੋਈ ਵੀ ਟੌਪਿਕ ਕਰਾਉਣਾ ਜੇ ਤੁਹਾਨੂੰ PDF ਉਸ ਦੀ ਚਾਹੀਦੀ ਆ ਤਾਂ ਤੁਹਾਨੂੰ ਉਹ PDF ਮਿਲ ਜੂਗੀ। ਇਸ ਲਈ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਜ਼ਰੂਰ ਕਰ ਲਿਓ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਜੇਕਰ ਕਿਸੇ ਪ੍ਰਕਾਰ ਦੀ ਹੈਲਪ ਦੀ ਲੋੜ ਆ ਤਾਂ ਤੁਸੀਂ ਇੰਸਟਾਗ੍ਰਾਮ 'ਤੇ ਸਾਨੂੰ ਮੈਸੇਜ ਕਰ ਸਕਦੇ ਹੋ, ਇੰਸਟਾਗ੍ਰਾਮ ਦੀ ID ਦਾ ਲਿੰਕ ਵੀ ਡਿਸਕ੍ਰਿਪਸ਼ਨ 'ਚ ਹੈ ਜੀ। ਨੈਕਸਟ ਕੁਐਸਚਨ ਦੇਖੋ ਜੀ ਆਪਣਾ ਕੁਐਸਚਨ ਨੰਬਰ 4 ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਨਾਸਿਕ ਵਿਅੰਜਨ ਹੈ। ਨਾਸਿਕ ਵਿਅੰਜਨ ਪੁੱਛਿਆ ਜੀ ਇਹਨਾਂ ਨੇ। ਤਾਂ ਕੁਐਸਚਨ ਨੂੰ ਚੰਗੀ ਤਰ੍ਹਾਂ ਪੜ੍ਹ, ਉਹੀ ਗੱਲ ਫਿਰ ਕਿ ਕੁਐਸਚਨ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ। ਹੁਣ ਇਹਨਾਂ ਪੁੱਛਿਆ ਕਿ ਨਾਸਿਕ ਵਿਅੰਜਨ ਕਿਹੜਾ ਹੈ, ਨਹੀਂ ਨੂੰ ਪੁੱਛਿਆ ਜੀ, ਮਤਲਬ ਕਿਹੜਾ ਹੈ ਨਾਸਿਕ ਵਿਅੰਜਨ ਕਿਹੜਾ ਹੈ। ਤਾਂ ਇਹਨਾਂ 'ਚ ਦੇਖੋ ਜੀ ਕਿਹੜਾ ਵਿਅੰਜਨ ਹੈ ਨਾਸਿਕ ਵਿਅੰਜਨ। ਤਾਂ ਆਪਣਾ ਜਿਹੜਾ ਇਹ ਆਪਸ਼ਨ ਹੈ ਜੀ ਇਹ ਤਾਂ ਆਪਣਾ ਕੱਟ ਹੋ ਗਿਆ ਜੀ, ਇਹ ਤਾਂ ਹੈ ਨਹੀਂ ਆਪਣਾ, ਇਹ ਆਪਸ਼ਨ ਆਪਣਾ ਕੱਟ ਹੋ ਗਿਆ। ਜੇਕਰ ਤੁਹਾਨੂੰ ਸਿੱਧਾ ਆਪਸ਼ਨਾਂ ਦਾ ਨਹੀਂ ਪਤਾ ਲੱਗਦਾ ਵੀ ਸਿੱਧਾ ਸਹੀ ਆਨਸਰ ਦਾ ਨਹੀਂ ਪਤਾ ਲੱਗਦਾ ਤਾਂ ਆਪਸ਼ਨ ਕੱਟ ਕਰ ਲਿਆ ਕਰੋ ਜੀ। ਤਾਂ ਆਪਣਾ ਜਿਹੜਾ ਲੱਲਾ ਜੀ ਉਹ ਤਾਂ ਹੈ ਨਹੀਂ ਆਪਣਾ ਨਾਸਿਕ ਵਿਅੰਜਨ। ਉਸ ਤੋਂ ਬਾਅਦ ਇਹ ਆਪਣਾ ਬੀ ਆਪਸ਼ਨ ਇਹ ਵੀ ਨਹੀਂ ਹੈਗਾ, ਕਿਉਂਕਿ ਇਹ ਤਾਂ ਕਿਉਂਕਿ ਆਪਾਂ ਇਹਨੂੰ ਘੱਗਾ ਬੋਲਾਂਗੇ ਜੀ ਆਪਾਂ, ਕਿਉਂਕਿ ਨੱਕ 'ਚੋਂ ਆਵਾਜ਼ ਨਹੀਂ ਆ ਰਹੀ, ਇਸ ਲਈ ਇਹ ਨਾਸਿਕ ਵਿਅੰਜਨ ਨਹੀਂ ਹੋ ਸਕਦਾ। ਇਸ ਤੋਂ ਬਾਅਦ ਆਪਣਾ ਜੀ ਆੜਾ, ਇਹ ਤਾਂ ਵਿਅੰਜਨ ਹੀ ਨਹੀਂ ਹੈਗਾ ਜੀ, ਫਿਰ ਨਾਸਿਕ ਵਿਅੰਜਨ ਕਿੱਥੋਂ ਜੂ, ਕਿਉਂਕਿ ਇਹ ਤਾਂ ਕੀ ਹੈ ਇੱਕ ਸਵਰ ਆ। ਤਾਂ ਸਵਰ ਆ ਤਾਂ ਫਿਰ ਵਿਅੰਜਨ ਕਿਵੇਂ ਹੋ ਸਕਦਾ। ਤਾਂ ਹੁਣ ਆਪਣੇ ਕੋਲ ਸਿਰਫ ਇੱਕ ਆਪਸ਼ਨ ਬਚਿਆ ਜੀ, ਆਪਸ਼ਨ ਨੰਬਰ D ਮੰਮਾ। ਇਹ ਆਪਣਾ ਬਿਲਕੁਲ ਰਾਈਟ ਆਨਸਰ ਹੋਈ। ਜਦੋਂ ਇਸ ਨੂੰ ਬੋਲਾਂਗੇ ਤਾਂ ਨੱਕ 'ਚੋਂ ਆਵਾਜ਼ ਆਊਗੀ, ਬੋਲ ਕੇ ਦੇਖ ਸਕਦੇ ਤੁਸੀਂ ਮੰਮਾ, ਨੱਕ 'ਚੋਂ ਆਵਾਜ਼ ਆਉਂਦੀ ਆ। ਤਾਂ ਜਿਹੜੇ ਵਿਅੰਜਨ ਨੂੰ ਬੋਲਦੇ ਸਮੇਂ ਨੱਕ 'ਚੋਂ ਆਵਾਜ਼ ਆਵੇ ਉਹ ਆਪਣੇ ਕਿਹੜੇ ਹੁੰਦੇ ਆ, ਨਾਸਿਕ ਵਿਅੰਜਨ ਹੁੰਦੇ ਆ। ਤਾਂ ਉਮੀਦ ਕਰਦਾ ਜੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ। ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ, ਅਤੇ ਨਾਲ ਹੀ ਆਪਣੇ ਦੋਸਤਾਂ 'ਚ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ ਜੀ।